ਜਦੋਂ 2013 ਦੇ ਵਿੱਚ ਪਾਸ ਹੋਇਆ 90 ਸੈਂਟਰ ਗਵਰਨਮੈਂਟ ਨੇ ਦੇਣਾ ਸੀ ਔਰ ਤੁਸੀਂ ਗੱਲ ਪੁੱਛ ਲਈ ਮੈਂ ਦੱਸ ਹੀ ਦੇਣਾ 90 ਉਹਨਾਂ ਦੇਣਾ ਸੀ 10 ਅਸੀਂ ਪਾਉਣਾ ਸੀ ਔਰ ਉਸ ਵੇਲੇ ਤਕਰੀਬਨ 2200 ਕਰੋੜ ਦਾ ਇਹ ਪ੍ਰੋਜੈਕਟ ਸੀ। ਮੈਂ ਦੱਸਣ ਲੱਗਾ ਜੀ ਹੋਈ ਤੇ 1 ਸਾਲ ਬਾਅਦ ਬੰਦ ਹੋ ਗਿਆ, ਧਿਆਨ ਨਹੀਂ ਦਿੱਤਾ ਗਿਆ। ਹੁਣ ਜਦੋਂ 2018 ਚ 5 ਸਾਲਾਂ ਬਾਅਦ ਇਹਦੇ ਐਸਟੀਮੇਟ ਰਿਵਾਈਜ਼ ਹੋਏ 500 ਕਰੋੜ ਰੁਪਈਆ ਤਕਰੀਬਨ ਇਹਦੀ ਅਮਾਊਂਟ ਜਿਹੜੀ ਵੱਧ ਚੁੱਕੀ ਔਰ ਇਹ ਸਾਡਾ ਵੱਖਰਾ ਨੁਕਸਾਨ ਹੋਇਆ। ਔਰ ਤੁਸੀਂ ਵੇਖੋ ਵੀ 800 ਕਰੋੜ ਰੁਪਈਆ ਸਾਨੂੰ ਸਾਲਾਨਾ ਜਿਹੜਾ ਫਾਇਦਾ ਹੋਣਾ ਸੀ ਉਹ ਵੱਖਰਾ ਨੁਕਸਾਨ ਹੋਇਆ। ਇਲੈਕਟ੍ਰਿਸਿਟੀ ਬਣਨੀ ਸੀ ਉਹਦੇ ਚੋਂ 208 ਮੈਗਾਵਾਟ ਇਲੈਕਟ੍ਰਿਸਿਟੀ ਬਣਨੀ ਆ। ਅੱਛਾ ਮੈਂ ਉਹੀ ਦੱਸਣ ਲੱਗਾ ਉਹਦੇ 'ਚ ਫਿਰ ਇਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਤਾਂ ਪਾਸ ਕਰਾਂਗੇ ਜੇ 60-40 ਦਾ ਕਰੋਗੇ। ਉਹਦੇ 'ਚ ਫਿਰ 60 ਉਹਨਾਂ ਕੀਤਾ, ਅਸੀਂ ਉਹਨਾਂ ਨੂੰ ਜੈਸ ਕਰ ਦਿੱਤੀ ਪਰ ਉਹ ਜਿਹੜਾ 40% ਸੀ ਉਹ ਟੋਟਲ ਤੇ ਅਸੀਂ ਉਹਨਾਂ ਨਹੀਂ ਦੇਣਾ, ਸਾਨੂੰ ਉਹਨਾਂ ਨੇ ਸਿਰਫ ਇਰੀਗੇਸ਼ਨ ਕੰਪੋਨੈਂਟ ਜਿਹੜਾ ਸੀਗਾ ਉਹਦੇ ਤੇ ਇਹ ਰੇਸ਼ੋ ਆ। ਜਿਹੜਾ ਬਿਜਲੀ ਦਾ ਉਹ ਅਸੀਂ ਸਾਰਾ ਆਪ ਕੰਮ ਕਰਾਉਣਾ, ਉਹ ਸਾਡੀ ਬਿਜਲੀ ਬੋਰਡ ਨੇ ਕਰਨਾ। ਇਸ ਕਰਕੇ ਉਹ ਜਿਹੜਾ ਕੰਪੋਨੈਂਟ ਸੀ ਇਰੀਗੇਸ਼ਨ ਦਾ ਉਹਦੇ 'ਚ 60-40 ਦੀ ਰੇਸ਼ੋ ਹੋਈ। ਬਟ ਪਾਣੀ ਕਿਉਂਕਿ ਜ਼ਿਆਦਾ JNK ਨੂੰ ਉੱਥੋਂ ਚੋਂ ਜਾਣਾ ਸੀ, ਕਿਉਂਕਿ ਉੱਧਰੋਂ ਪਾਣੀ ਆਉਂਦਾ ਹੈ JNK ਨੂੰ ਤਕਰੀਬਨ 32,000 ਹੈਕਟਰ ਨੂੰ ਉਹਨਾਂ ਨੂੰ ਮਿਲਣਾ, 5,000 ਹੈਕਟਰ ਸਾਨੂੰ ਮਿਲਣਾ। ਅਸੀਂ ਫਿਰ ਆਪਣੀ ਪ੍ਰਪੋਜ਼ਲ ਉਹਨਾਂ ਨੂੰ ਦਿੱਤੀ ਕਿ 60-40 ਨਾਲ ਸਾਡੀ ਗੱਲ ਬਣਦੀ ਨਹੀਂ, ਕਿਉਂਕਿ ਜ਼ਿਆਦਾ ਪਾਣੀ ਜਿਹੜਾ ਆ ਉਹ JNK ਨੂੰ ਜਾਣਾ। ਔਰ ਸਾਡੇ ਆਫੀਸਰ ਸਾਹਿਬਾਨਾਂ ਨੇ ਮਿਹਨਤ ਕੀਤੀ, ਅਸੀਂ ਚਿੱਠੀਆਂ ਲਿਖੀਆਂ ਔਰ ਅੱਜ ਤਕਰੀਬਨ ਅਸੀਂ 200 ਕਰੋੜ ਰੁਪਈਆ ਆਪਣਾ ਬਚਾਇਆ। ਉਹ ਇਸ ਵੇਲੇ 14% ਅਸੀਂ ਖਰਚਣਾ ਔਰ 86% JNK ਔਰ ਸੈਂਟਰ ਗਵਰਨਮੈਂਟ ਨੇ ਜਿਹੜਾ ਉਹ ਖਰਚਣਾ। ਹੁਣ 86-14 ਇਰੀਗੇਸ਼ਨ ਕੰਪੋਨੈਂਟ 2200 ਕਰੋੜ ਦਾ ਨੋ, ਇਹਦੇ ਚ 700 ਕਰੋੜ 750 ਕਰੋੜ ਦਾ ਕੰਪੋਨੈਂਟ ਸੀਗਾ ਇਹਦਾ ਇਰੀਗੇਸ਼ਨ, ਉਹ 2700 ਔਰ ਤੁਹਾਨੂੰ ਮੈਂ ਦੱਸਿਆ ਇਹਨੂੰ ਕੰਪਲੀਸ਼ਨ ਇਹਦੀ ਅਸੀਂ 2022 ਚ ਕਰਨੀ ਸੀਗੀ ਮਾਰਚ ਤੱਕ, ਕੋਵਿਡ ਕਰਕੇ ਥੋੜਾ ਲੇਟ ਹੋਏ ਆ ਔਰ ਇਹਦੀ ਕੰਪਲੀਸ਼ਨ ਹੁਣ ਹੋਊਗੀ ਨਵੰਬਰ ਦਸੰਬਰ ਤੱਕ। ਮਾਈਨਿੰਗ ਮੇਰਾ ਖਿਆਲ ਕੋਈ ਦਿਨ ਪਿਛਲੇ ਨਿਕਲਦੇ ਨਹੀਂ ਹੋਣਗੇ ਜਿੱਦਣ ਮਾਈਨਿੰਗ ਦੀ ਕੋਈ ਖਬਰ ਨਹੀਂ ਲੱਗਦੀ ਜਾਂ ਪਤਾ ਨਹੀਂ ਹਰ ਇੱਕ ਦੇ ਦਿਮਾਗ 'ਚ ਮਾਈਨਿੰਗ ਦਾ ਬੜਾ ਪ੍ਰਭਾਵ ਜਿਹਾ ਕਿਸ ਤਰ੍ਹਾਂ ਦਾ ਪਿਆ ਹੈ। ਔਰ ਤੁਸੀਂ ਜਾਣਦੇ ਹੋ ਕਿ ਪਿਛਲੇ 10 ਸਾਲ ਇੱਥੇ ਅਕਾਲੀ ਦਲ ਦੀ ਸਰਕਾਰ ਰਹੀ ਔਰ ਉਹ 10 ਸਾਲਾਂ ਦੇ ਵਿੱਚ ਟੋਟਲ ਮਾਈਨਿੰਗ ਤੋਂ 400 ਕਰੋੜ ਰੁਪਈਆ ਵੀ ਜਿਹੜਾ ਸਰਕਾਰ ਨੂੰ ਲਾਭ ਨਹੀਂ ਉਹਦਾ ਹੋ ਸਕਿਆ। ਸਾਡੀ ਸਰਕਾਰ ਬਣੀ, ਪਹਿਲੋਂ ਰਿਵਰਸ ਬਿਡਿੰਗ ਸੀ, ਇਹਨਾਂ ਨੇ ਚੇਂਜ ਕੀਤੀ ਕਿਉਂਕਿ ਮੈਂ ਤੇ 2018 ਚ ਮੇਰੇ ਕੋਲ ਡਿਪਾਰਟਮੈਂਟ ਆਇਆ। ਉਸ ਤੋਂ ਪਹਿਲੋਂ ਕੱਲੀਆਂ ਖੱਡਾਂ ਦੀ ਕੋਈ ਤਕਰੀਬਨ 70-80 ਖੱਡਾਂ ਇਹਨਾਂ ਨੇ ਐਲਾਨ ਕੀਤੀਆਂ ਸੀ, ਪਰ ਜਿਹੜੀਆਂ ਲੋਕਾਂ ਨੇ ਉਸ ਵੇਲੇ ਬੋਲੀ ਤੇ ਦੇਤੀ ਪਰ ਪੈਸੇ ਨਹੀਂ ਜਮ੍ਹਾਂ ਕਰਾਏ, ਪਤਾ ਨਹੀਂ ਕੀ ਸੋਚ ਕੇ, ਜਿਹਦੇ ਕਰਕੇ ਉਹ ਸਾਡੀ ਪਾਲਿਸੀ ਜਿਹੜੀ ਸਿਰੇ ਨਹੀਂ ਸੀ ਚੜ੍ਹ ਸਕੀ। ਇਹ ਇਸ਼ੂ ਬੜਾ ਫਰਵਰੀ 2019 ਚ ਸਾਡੇ ਐਗਰੀਮੈਂਟ ਹੋਏ, ਜਿਹੜੀਆਂ ਖੱਡਾਂ ਜਿਹੜੀਆਂ ਅਸੀਂ ਪਿਛਲੇ ਸਮੇਂ 'ਚ ਨਿਲਾਮ ਕੀਤੀਆਂ ਸੀ। ਪਰ ਜਦੋਂ ਅਸੀਂ ਨਿਲਾਮੀ ਕਰਦੇ ਹਾਂ ਉਹਦੇ 'ਚ ਤਕਰੀਬਨ 25% ਜਿਹੜੀ ਬੈਂਕ ਗਰੰਟੀ ਦੇਣੀ ਪੈਂਦੀ ਆ ਪਹਿਲੋਂ ਔਰ 25% ਉਹਨਾਂ ਨੂੰ ਐਡਵਾਂਸ ਜਮ੍ਹਾਂ ਕਰਾਉਣਾ ਪੈਂਦਾ। ਜਿੰਨੇ ਦੀ ਟੋਟਲ ਅਮਾਊਂਟ ਦੀ ਖੱਡ ਜਾਂਦੀ ਉਹਦਾ 25% ਐਡਵਾਂਸ ਜਮ੍ਹਾਂ ਕਰਾਉਂਦਾ। ਉਹ ਸਾਨੂੰ ਪੈਸੇ ਤੇ ਪਿਛਲੇ ਸਾਲ 'ਚ ਆ ਗਏ 2019 'ਚ, ਬਟ ਕੰਮ ਜਿਹੜੇ ਸਟਾਰਟ ਹੋਏ ਸੀ ਜਦੋਂ ਤੋਂ ਉਹਨਾਂ ਦੇ ਪੈਸੇ ਐਡਵਾਂਸ ਆਉਣੇ ਸੀ 75 ਕਰੋੜ ਰੁਪਈਆ ਐਡਵਾਂਸ ਆਇਆ ਸੀ, ਫਰਵਰੀ ਤੋਂ ਕੰਮ ਸ਼ੁਰੂ ਹੋਏ। ਬਾਕੀ ਜਿਹੜਾ 40 ਕਰੋੜ ਪੁਰਾਣਾ ਆਉਂਦਾ ਸੀ ਉਹ ਤੇ ਆਉਂਦਾ ਹੀ ਰਿਹਾ। ਉਸ ਸਾਲ 'ਚ ਪੈਸੇ ਉਸ ਚੱਲ ਪੈ ਗਏ ਪਰ ਕੰਮ ਫਰਵਰੀ ਤੋਂ ਸ਼ੁਰੂ ਹੋਏ। ਉਹ ਸਾਨੂੰ ਤਕਰੀਬਨ 10-11 ਕਰੋੜ ਆਇਆ ਸੀ। ਉਸ ਤੋਂ ਬਾਅਦ ਕੋਵਿਡ ਆ ਗਿਆ, 2 ਮਹੀਨੇ ਕੋਵਿਡ ਦੇ ਲੰਘੇ। ਤੁਹਾਨੂੰ ਪਤਾ ਪਿੱਛੇ ਜੇ ਕੇਸ ਵੀ ਇੱਕ ਕਿਸੇ ਨੇ ਪਾ ਦਿੱਤਾ ਸੀਗਾ ਤੇ ਔਰ ਮਾਨਯੋਗ ਹਾਈ ਕੋਰਟ ਨੇ ਉਹ CBI ਨੂੰ ਕੇਸ ਦੇ ਦਿੱਤਾ, ਉਹਦੇ ਕਰਕੇ ਰੋਪੜ ਸਾਡਾ 4 ਮਹੀਨੇ ਬੰਦ ਰਿਹਾ। ਸਾਨੂੰ ਕਈ ਮੁਸ਼ਕਲਾਂ ਆਈਆਂ ਪਰ ਉਹਦੇ ਬਾਵਜੂਦ ਵੀ ਅਸੀਂ ਕੋਈ ਇਹ ਨਹੀਂ ਕਿ ਅਸੀਂ ਉਹਨਾਂ ਨੂੰ ਕੋਈ ਰਿਲੀਫ ਦੇ ਦਿੱਤੀ ਆ, ਅਸੀਂ ਕੋਈ ਪੈਸੇ ਛੱਡਤੇ ਆ, ਸਿਰਫ ਉਹ ਪੈਂਡਿੰਗ ਕਰਤੇ ਆ, ਥੋੜ੍ਹੇ ਜਿਹੇ ਅੱਗੇ ਪਾਤੇ ਆ। ਉਹਦੇ ਬਾਵਜੂਦ ਵੀ ਸਾਨੂੰ ਹੁਣ ਤੱਕ ਦਸੰਬਰ ਤੱਕ ਦਾ ਸਾਡਾ ਜਿਹੜਾ ਟਾਰਗੇਟ ਸੀਗਾ ਹੋਰ ਪੈਸੇ ਆਉਣ ਦਾ, ਉਹ ਕੋਈ 120 ਕਰੋੜ ਦੇ ਕਰੀਬ ਸੀ, 115 ਤੋਂ 20 ਕਰੋੜ ਦੇ, ਜਿਹਦੇ ਚੋਂ ਸਾਨੂੰ 91 ਕਰੋੜ ਰੁਪਈਆ ਜਿਹੜਾ ਆ ਚੁੱਕਾ ਹੈ ਦਸੰਬਰ ਤੱਕ। ਉਹਨਾਂ ਨੇ ਪੈਸੇ ਦਸੰਬਰ ਤੱਕ ਜਮ੍ਹਾਂ ਕਰਾਉਣੇ ਸੀ ਪਰ ਕਿਉਂਕਿ ਕੋਈ ਟਾਈਮ ਥੋੜਾ ਲੇਟ ਹੋ ਗਏ, ਜਿਹਦੇ ਚੋਂ 12 ਕਰੋੜ ਰੁਪਈਆ ਉਹ ਜਮ੍ਹਾਂ ਕੱਲ ਤੱਕ ਕਰਾ ਚੁੱਕੇ ਆ, ਅੱਜ ਤੱਕ ਮੇਰੀ ਜੋ ਇਨਫੋਰਮੇਸ਼ਨ ਸੀ, ਔਰ 20 ਕਰੋੜ ਹੋਰ ਸਾਨੂੰ ਆ ਜਾਣਾ। ਅਪਰੋਕਸੀਮੇਟਲੀ 125 ਕਰੋੜ ਰੁਪਈਆ ਸਾਨੂੰ ਜਿਹੜਾ ਦਸੰਬਰ ਤੱਕ ਦਾ ਇਹ ਆ ਜਾਣਾ। 3 ਮਹੀਨੇ ਅਜੇ ਸਾਡੇ ਬਚਦੇ ਆ
और 3 ਮਹੀਨਿਆਂ 'ਚ ਸਾਨੂੰ 75 ਕਰੋੜ ਰੁਪਈਆ ਸਾਨੂੰ ਆਸ ਹੈ 80 ਕਰੋੜ ਰੁਪਈਆ ਹੋਰ ਆਊਗਾ ਔਰ ਤਕਰੀਬਨ 200 ਸਵਾ 200 ਕਰੋੜ ਰੁਪਈਆ ਇਹ ਤੇ 75 ਕਰੋੜ ਰੁਪਈਆ ਸਾਡਾ ਜਿਹੜਾ ਐਡਵਾਂਸ ਸੀਗਾ ਪਾ ਕੇ ਤਕਰੀਬਨ ਅਸੀਂ ਸਾਲ ਦਾ ਸਾਡਾ ਟਾਰਗੇਟ 306 ਕਰੋੜ ਦਾ ਸੀ ਤੇ 306 ਕਰੋੜ ਰੁਪਈਆ ਅਸੀਂ ਅਚੀਵ ਕਰਨਾ। ਤੁਸੀਂ ਉਹਦੇ ਚੋਂ ਕੋਵਿਡ ਦੇ ਕੱਢ ਲਓ, ਬਾਕੀ ਸਾਡੀ ਅਮਾਊਂਟ ਪਰੇਸ਼ਾਨੀਆਂ ਦੇ ਬਾਵਜੂਦ, ਕਿਉਂਕਿ ਪਰੇਸ਼ਾਨੀਆਂ ਮੈਂ ਇਸ ਕਰਕੇ ਕਹਿੰਦਾ ਕਿ ਕੋਈ ਦਿਨ ਐਸਾ ਖਾਲੀ ਨਹੀਂ ਸੀ ਜਾਂਦਾ ਔਰ ਤੁਸੀਂ ਵੀ ਖਬਰਾਂ ਲਾਉਂਦੇ ਸੋ ਔਰ ਕੋਰਟ ਦੇ ਵਿੱਚ ਕੇਸ ਕੋਈ ਨਾ ਕੋਈ ਪਿਆ ਹੁੰਦਾ ਸੀ, ਸਾਨੂੰ ਕੋਰਟ 'ਚ ਵੀ ਲੜਨਾ ਪੈਂਦਾ ਸੀ। ਠੇਕੇਦਾਰ ਜਿਨ੍ਹਾਂ ਨੇ ਸਰਕਾਰ ਨੂੰ ਪੈਸੇ ਦੇਣੇ ਸੀ ਕਮਾਈ ਕਰਕੇ, ਉਹ ਆਪਣੀ ਥਾਂ ਚੀਕਾਂ ਮਾਰਦੇ ਸੀ। ਉਹ ਮਾਈਨਿੰਗ ਬਾਰੇ ਮੈਂ ਤੁਹਾਨੂੰ ਦੱਸਿਆ। ਇਸੇ ਤਰ੍ਹਾਂ ਸਾਡਾ ਇੱਕ ਖਾਲਾਂ ਦਾ ਪ੍ਰੋਜੈਕਟ ਸੀਗਾ, ਜਿਹੜੇ ਖਾਲ ਅਸੀਂ ਪੱਕੇ ਕਰਨੇ ਸੀ ਕੋਟਲਾ ਬ੍ਰਾਂਚ 'ਚ, ਉਹਦੇ 'ਚ ਅਸੀਂ ਪੱਕੇ ਕਰਨ ਜਾ ਰਹੇ ਹਾਂ ਉਹਨਾਂ ਨੂੰ ਔਰ ਉਹਦੇ ਤੇ ਸਾਡਾ 477 ਕਰੋੜ ਰੁਪਈਆ ਜਿਹੜਾ ਉਹਦੀ ਲਾਗਤ ਆਉਣੀ ਹੈ, ਜਿਹੜਾ 21-22 ਦੇ ਵਿੱਚ ਅਸੀਂ ਸਾਰਾ ਜਿਹੜਾ ਟੀਚਾ ਆਪਾਂ ਪੂਰਾ ਕਰ ਲਵਾਂਗੇ ਔਰ ਉਹਦੇ 'ਚ 1,42,658 ਹੈਕਟੇਅਰ ਰਕਬੇ ਨੂੰ ਇਹਦੀਆਂ ਜਿਹੜੀਆਂ ਸਹੂਲਤਾਂ ਜਿਹੜੀਆਂ ਸਿੰਚਾਈ ਦੀਆਂ ਉਹ ਪ੍ਰਾਪਤ ਹੋਣਗੀਆਂ। ਇਸੇ ਤਰ੍ਹਾਂ ਸਾਡੇ ਪੰਜਾਬ ਦੇ 6 ਬਲਾਕਾਂ 'ਚ 72 ਅਸੀਂ ਟਿਊਬਵੈੱਲ ਦੇ ਰਹੇ ਹਾਂ, ਜਿਹੜਾ ਕੰਢੀ ਕਨਾਲ ਵਾਲੇ ਪਾਸੇ ਦਾ ਏਰੀਆ ਹੈ ਔਰ ਉਹਦੇ 'ਚ ਤਕਰੀਬਨ 30.21 ਕਰੋੜ ਰੁਪਈਆ ਲਾਗਤ ਆਉਣਾ ਹੈ, ਜਿਹੜਾ ਕੰਮ ਚੱਲ ਰਿਹਾ ਔਰ ਆਉਣ ਵਾਲੇ ਟਾਈਮ ਦੇ ਵਿੱਚ 502 ਨਵੇਂ ਟਿਊਬਵੈੱਲ ਲਾਉਣ ਦੀ ਸਾਡੀ ਪ੍ਰਪੋਜ਼ਲ ਹੈ, ਜਿਸ 'ਤੇ 195 ਕਰੋੜ ਰੁਪਈਆ ਖਰਚਾ ਆਊਗਾ ਔਰ ਉਹਦੇ ਨਾਲ ਕਾਫੀ ਰਕਬੇ ਨੂੰ ਉੱਥੇ ਜਿਹੜਾ ਉਹਨਾਂ ਨੂੰ ਵੀ ਸਿੰਚਾਈ ਜਿਹੜੀ ਆ ਉਹ ਮਿਲ ਸਕੂਗੀ। ਸੋ ਇਹ ਸਾਡੀਆਂ ਜਿਹੜੀਆਂ ਇਸ ਆਪਣੇ ਇਰੀਗੇਸ਼ਨ ਡਿਪਾਰਟਮੈਂਟ ਦੀਆਂ ਜਿਹੜੀਆਂ ਅਚੀਵਮੈਂਟਾਂ ਸੀ, ਜਿਹੜੀਆਂ ਕੰਮ ਅਸੀਂ ਕੀਤੇ ਨੇ। ਇਸੇ ਤਰ੍ਹਾਂ ਡੀਸਿਲਟਿੰਗ, ਤੁਹਾਨੂੰ ਪਤਾ 19 ਦੇ ਵਿੱਚ ਹੜ੍ਹ ਆ ਗਿਆ ਸੀ ਔਰ ਮੁੱਖ ਮੰਤਰੀ ਸਾਹਿਬ ਨੇ ਉਸ ਵੇਲੇ ਮੌਕੇ ਤੇ ਵੀ ਗਏ ਸੀਗੇ, ਮੈਂ ਵੀ ਉਹਨਾਂ ਦੇ ਨਾਲ ਗਿਆ ਸਾਂ, ਪਰ ਉਹਦੇ 'ਚ ਦਰਿਆਵਾਂ ਦੇ ਵਿੱਚ ਸਾਡਾ ਬਹੁਤ ਕਾਫੀ ਕੰਮ ਹੋਣ ਵਾਲਾ ਹੈ, ਕਿਉਂਕਿ ਪਾਣੀ ਦੇ ਵਹਾਅ ਦੇ ਨਾਲ ਕਈ ਥਾਵਾਂ ਤੋਂ ਕੰਢਿਆਂ ਦੇ ਨਾਲ ਜਾ ਕੇ ਦਰਿਆ ਚੱਲਦਾ ਹੈ ਔਰ ਉੱਥੇ ਫਿਰ ਜਾ ਕੇ ਨੁਕਸਾਨ ਹੁੰਦਾ ਜਦੋਂ ਪਾਣੀ ਜ਼ਿਆਦਾ ਆ ਜਾਂਦਾ। ਉਹਦੇ ਵਾਸਤੇ ਸਾਡੀ ਪ੍ਰਪੋਜ਼ਲ ਸੀ, ਮੁੱਖ ਮੰਤਰੀ ਸਾਹਿਬ ਨੇ ਵੀ ਉਸ ਵੇਲੇ ਐਲਾਨ ਕੀਤਾ ਕਿ ਅਸੀਂ ਡੀਸਿਲਟਿੰਗ ਕਰਾਂਗੇ ਔਰ ਅਸੀਂ ਉਹ ਡੀਸਿਲਟਿੰਗ ਦਾ ਪਿਛਲੀ ਕੈਬਨਿਟ ਦੇ ਵਿੱਚ ਥੋੜ੍ਹਾ ਸਮਾਂ ਪਹਿਲੋਂ ਪਾਸ ਹੋਇਆ ਹੈ ਕੇਸ ਔਰ ਡੀਸਿਲਟਿੰਗ ਕਰਨ ਜਾ ਰਹੇ ਹਾਂ। ਉੱਥੋਂ ਜਿੰਨੀ ਡੀਸਿਲਟਿੰਗ 'ਚੋਂ ਮਾਈਨਿੰਗ 'ਚੋਂ ਉੱਦਾਂ ਦੀ ਰੇਤ ਜਾਂ ਬਜਰੀ ਜੋ ਵੀ ਨਿਕਲੂਗਾ ਉਹ ਉੱਦਾਂ ਦੇ ਪਹਿਲੇ ਜਿਹੜੇ ਕੰਮ 'ਚੋਂ ਉਹ ਮਾਈਨਸ ਕਰ ਦਿੱਤੀ ਜਾਊਗੀ ਔਰ ਬਾਕੀ ਜਿਹੜਾ ਮਾਈਨਿੰਗ ਦਾ ਕੰਮ ਚੱਲਦਾ ਸੀ ਉਹਦੇ 'ਤੇ ਵੈੱਬ ਪੋਰਟਲ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜਲਦੀ। ਉਹਦੇ 'ਚ ਆ ਜਿਹੜੀਆਂ ਰੌਲਾ ਪੈਂਦਾ ਸੀ, ਸਾਨੂੰ ਵੀ ਪਤਾ ਹੋਊਗਾ ਕਿੱਥੋਂ ਟਰੱਕ ਨਿਕਲਿਆ, ਕਿੱਥੋਂ ਜਾ ਰਿਹਾ, ਇਹ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜੂਗਾ। ਇਹ ਤਕਰੀਬਨ ਜਲਦੀ ਅਸੀਂ ਇਹਨੂੰ ਲਾਗੂ ਕਰ ਦੇਣਾ। ਹੁਣ ਮੈਂ ਹਾਊਸਿੰਗ ਡਿਪਾਰਟਮੈਂਟ ਦੇ ਕੁਝ ਪੁਆਇੰਟ ਤੁਹਾਨੂੰ ਦੱਸਣਾ ਚਾਹੁੰਦਾ, ਜਿਹੜੇ ਕਿ ਸਾਡੇ ਮਹਿਕਮੇ ਨੇ ਇਸ ਸਾਲ ਦੇ ਵਿੱਚ ਪਿਛਲੇ ਸਮੇਂ 'ਚ ਕੀਤੇ ਆ। ਸਭ ਤੋਂ ਪਹਿਲੋਂ ਤੇ ਤੁਹਾਨੂੰ ਪਤਾ ਹੈ ਕਿ ਸਾਡੀ ਲੈਂਡ ਪੂਲਿੰਗ ਸਕੀਮ ਸੀ, ਉਹਦੇ ਵਿੱਚ ਅਸੀਂ ਕੋਈ ਐਕਵਾਇਰ ਨਹੀਂ ਸੀ ਕਰਦੇ ਪੈਸੇ ਖਰਚ ਕੇ ਜਗ੍ਹਾ, ਲੈਂਡ ਪੂਲਿੰਗ ਦੇ ਵਿੱਚ ਲੋਕਾਂ ਨੂੰ ਲੈ ਕੇ ਆਉਂਦੇ ਸਾਂ ਔਰ ਲੋਕ ਸਾਡੇ ਨਾਲ ਕੰਪਰੋਮਾਈਜ਼ ਕਰਕੇ ਲੈਂਡ ਪੂਲਿੰਗ ਦੇ ਵਿੱਚ ਆਉਂਦੇ ਸੀ ਔਰ ਅਸੀਂ ਉਹਦੀ ਡਿਵੈਲਪਮੈਂਟ ਕਰਦੇ ਸਾਂ, ਉਸ ਸੈਕਟਰ ਦੀ ਉਹਨੂੰ ਤਿਆਰ ਕਰਦੇ ਸਾਂ, ਉਹਨੂੰ ਵੇਚਦੇ ਸਾਂ ਔਰ ਜਿਹੜੇ ਲੋਕਾਂ ਦੀ ਜ਼ਮੀਨ ਸੀ ਉਹਦੇ 'ਚ ਉਹਨਾਂ ਨੂੰ 1000 ਗਜ ਰੈਜ਼ੀਡੈਂਸ਼ੀਅਲ ਏਰੀਆ 'ਚ ਔਰ 121 ਗਜ ਜਿਹੜਾ ਸੀਗਾ ਉਹ ਅਸੀਂ ਕਮਰਸ਼ੀਅਲ ਉਹਨਾਂ ਨੂੰ ਦਿੰਦੇ ਸਾਂ 1 ਏਕੜ ਦੇ ਪਿੱਛੇ। ਪਿਛਲੇ ਸਮੇਂ 'ਚ ਕੰਮ ਚੱਲਦਾ ਰਿਹਾ, ਉਹਨਾਂ ਨੇ ਲੋਕਾਂ ਨੇ ਸਾਨੂੰ ਸਾਰਿਆਂ ਨੇ ਆ ਕੇ ਮਿਲ ਕੇ, ਕਿਉਂਕਿ ਅਸੀਂ 5000 ਏਕੜ ਜਿਹੜਾ ਸਾਡਾ ਏਰੀਆ ਰਿਜ਼ਰਵ ਰੱਖਿਆ ਸੀਗਾ, ਜਿਹੜਾ 에ਅਰਪੋਰਟ ਤੋਂ ਜਿਹੜੀ ਬਨੂੜ ਨੂੰ ਖਰੜ ਨੂੰ ਰੋਡ ਨੂੰ ਜਾਂਦੀ ਹੈ, ਜਿਹੜੀ ਰੋਡ ਉਹਦੇ ਅਗਲੇ ਪਾਸੇ ਦਾ, ਕਿ ਜਿੱਥੇ ਰੈਜ਼ੀਡੈਂਸ਼ੀਅਲ ਜ਼ੋਨ ਬਣਾਉਣਾ ਅਸੀਂ, ਤੇ ਉਹਦੇ ਵਾਸਤੇ ਫਿਰ ਲੋਕਾਂ ਦੀ ਇਹ ਡਿਮਾਂਡ ਸੀਗੀ ਕਿ ਸਾਨੂੰ ਘੱਟ ਮਿਲਦਾ ਆ, ਰੇਟ ਇੱਥੇ ਜ਼ਿਆਦਾ ਆ। ਫਿਰ ਅਸੀਂ ਉਹਨਾਂ ਵਾਸਤੇ ਲੋਕਾਂ ਦੀ ਸਹੂਲਤ ਲਈ ਜਿਹੜੀ ਪਾਲਿਸੀ ਪਹਿਲੀ 1000 ਗਜ ਤੇ 121 ਗਜ ਦੀ ਸੀ, ਉਹਨੂੰ ਅਸੀਂ 1000 ਗਜ ਤੇ ਰੈਜ਼ੀਡੈਂਸ਼ੀਅਲ ਦਾ ਰੱਖਿਆ, ਪਰ 200 ਗਜ ਉਹਨਾਂ ਨੂੰ ਕਮਰਸ਼ੀਅਲ ਆਉਣ ਵਾਲੇ ਸਮੇਂ 'ਚ ਜਿਹੜੀ ਅਸੀਂ ਐਕਵਾਇਰ ਕਰਨੀ ਆ ਉਹਦਾ ਦਿੱਤਾ ਜਾਇਆ ਕਰੂਗਾ। ਇਸੇ ਤਰ੍ਹਾਂ ਸਾਡਾ ਜਿਹੜਾ ਨਿਊ ਚੰਡੀਗੜ੍ਹ ਏਰੀਆ ਸੀ, ਇੱਥੇ 100 ਏਕੜ ਤੋਂ ਘੱਟ ਪ੍ਰੋਜੈਕਟ ਨਹੀਂ ਸੀ ਚੱਲ ਸਕਦਾ ਔਰ ਅਸੀਂ ਉਹਦੇ ਵਾਸਤੇ ਵੀ ਹੁਣ ਜਿਹੜਾ ਇੱਕ ਮੀਟਿੰਗ ਸਾਡੀ ਹੋਣੀ ਆ, ਇੱਕ ਹੋ ਚੁੱਕੀ ਹੈ ਹਾਊਸਿੰਗ ਦੀ, ਉਹਦੇ 'ਚ ਅਸੀਂ 50 ਏਕੜ ਔਰ ਅਫੋਰਡੇਬਲ ਲਈ 25 ਏਕੜ ਉਹ ਜਿਹੜੀ ਸਕੀਮ ਲੈ ਕੇ ਆ ਰਹੇ ਹਾਂ, ਕਿਉਂਕਿ ਆਮ ਲੋਕ ਵੀ ਉੱਥੇ ਜਗ੍ਹਾ ਲੈ ਕੇ ਜਿਹੜੀ ਆ ਉਹ ਆਪਣਾ ਕੰਮ ਕਰ ਸਕਣ, ਕਿਉਂਕਿ ਜਗ੍ਹਾ ਡਿਵੈਲਪਮੈਂਟ ਬਹੁਤ ਉੱਥੇ ਸਲੋ ਚੱਲ ਰਹੀ ਸੀ। 4-5 ਵੱਡੀਆਂ ਪਾਰਟੀਆਂ ਸੀ ਜਿਨ੍ਹਾਂ ਨੇ ਕੰਮ ਕੀਤੇ ਸੀ,
ਔਰ ਜਗ੍ਹਾ ਅਜੇ ਬਚੀ ਬੜੀ ਸੀ, ਇਸ ਕਰਕੇ ਸਾਨੂੰ ਆਸ ਹੈ ਕਿ ਜਿਸ ਤਰ੍ਹਾਂ ਉੱਥੇ ਲੋਕਾਂ ਦਾ ਝੁਕਾਅ ਹੋਇਆ ਥੋੜ੍ਹੇ ਸਮੇਂ ਦੇ ਵਿੱਚ ਹੀ ਇਹ ਸਾਰਾ ਏਰੀਆ ਜਿਹੜਾ ਚੰਗੀ ਤਰ੍ਹਾਂ ਜਿਹੜਾ ਡਿਵੈਲਪ ਹੋ ਜਾਊਗਾ। ਇਸੇ ਤਰ੍ਹਾਂ ਸਾਡੀ ਜਿਹੜੀ ਕੋਈ ਪਲਾਟ ਦਿੰਦੇ ਸਾਂ ਜਾਂ ਲੋਟ ਕਰਦੇ ਸਾਂ, ਉਹਦੇ 3 ਸਾਲ ਦਾ ਪੀਰੀਅਡ ਹੁੰਦਾ ਕੰਸਟਰਕਸ਼ਨ ਕਰਨ ਲਈ। ਉਹਦੇ 'ਚ ਨੌਨ ਕੰਸਟਰਕਸ਼ਨ ਚਾਰजेस 3 ਸਾਲ ਜਿਹੜਾ ਨਹੀਂ ਬਣਾਉਂਦਾ ਉਹ ਸ਼ੁਰੂ ਹੋ ਜਾਂਦੇ ਸੀ, ਔਰ ਕਈ ਵਾਰੀ ਇਹੋ ਤੱਕ ਹੋ ਜਾਂਦਾ ਸੀ ਕਿ 15-16 ਸਾਲਾਂ ਪਿੱਛੋਂ ਜਿੰਨੇ ਦਾ ਉਹ ਪਲਾਟ ਹੁੰਦਾ ਸੀ ਉਹਨੇ ਉਹਨਾਂ ਨੂੰ ਨੌਨ ਕੰਸਟਰਕਸ਼ਨ ਚਾਰजेस ਹੋ ਜਾਂਦੇ ਸੀ। ਉਹ ਅਸੀਂ ਘਟਾ ਦਿੱਤੇ ਆ, 50% ਕਰਤੇ ਆ, ਔਰ ਉਹਨਾਂ ਨੂੰ ਕਾਫੀ ਇਹਦੇ 'ਚ ਰਾਹਤ ਮਿਲੂਗੀ। ਇਕਨੋਮਿਕਲ ਵੀਕਰ ਸੈਕਸ਼ਨ, ਤੁਹਾਨੂੰ ਪਤਾ ਜਿੰਨੇ ਵੀ ਪ੍ਰੋਜੈਕਟ ਹੋਏ ਉਹਦੇ 'ਚ 5% ਏਰੀਆ ਰਿਜ਼ਰਵ ਰੱਖਣਾ ਪੈਂਦਾ ਹੈ ਹਰ ਇੱਕ ਨੂੰ, ਉਹ ਇਕਨੋਮਿਕ ਵੀਕਰ ਸੈਕਸ਼ਨ ਵਾਸਤੇ ਆ, ਪਰ ਅਜੇ ਤੱਕ ਮੇਰਾ ਖਿਆਲ ਬਣਿਆ ਕਿਤੇ ਵੀ ਨਹੀਂ, ਕਿਸੇ ਨੇ ਉਹਨੂੰ ਬਣਾਇਆ ਨਹੀਂ। ਉਹਦੇ ਵਾਸਤੇ ਉਹਨਾਂ ਦੀ ਵੀ ਡਿਮਾਂਡ ਸੀ ਔਰ ਅਸੀਂ ਵੀ ਸੋਚਦੇ ਸਾਂ, ਉਹ ਸਾਡਾ ਮੇਰਾ ਖਿਆਲ ਨੈਕਸਟ कैबिनेट ਜਾਂ अगली कैबिनेट 'ਚ आ जाऊगा। ये लास्ट ईयर की बात है जब पाकिस्तान के साथ कोई थोड़ी गड़बड़ी हुई थी, तो हमारे सेंटर के मिनिस्टर ने ये स्टेटमेंट दी थी, 1.5-2 साल पहले की बात है, कि हम पाकिस्तान की तरफ पानी नहीं जाने देंगे। और वो पाकिस्तान की तरफ जिधर से पानी जाता है और रावी से जाता है, और कुछ तो पानी हमारा जो बढ़ता है, जो वेस्ट जाता है वो उधर चला जाता है बहुत कम, तो कुछ उज जो J&K में दरिया है उससे पानी आता था। वो पानी जब नीचे आता था वो एक मकौड़ा जगह है, उसको मकौड़ा पत्तन बोलते हैं, उधर आके इकट्ठा होता था और आगे रावी की तरफ से पाकिस्तान को चला जाता था। जब उन्होंने स्टेटमेंट दी थी तो मैंने उनका वेलकम किया था, और मैंने अपना प्रोजेक्ट बना के, मेरे डिपार्टमेंट ने बहुत जल्दी से बनाया और तकरीबन 400 करोड़ का प्रोजेक्ट बनता था, हमने उनको दे दिया कि हम पाकिस्तान को एक बूंद भी पानी नहीं जाने देंगे। वो प्रोजेक्ट उनके पास पड़ा है मगर किसी ने कुछ नहीं किया। डेढ़ 2 साल हो चले हैं जी। किस तरह का प्रोजेक्ट था? नहीं, डैम बनाना था जी। एक डैम बन जाता तो पानी रोकते, दूसरा हमारा यूबीडीसी जो सिस्टम है वही अच्छी तरह चल जाता, और एक हमारी जो नहरें हैं उधर वो छमाही चलती हैं, 6 महीने के बाद 6 महीने चलती हैं, 6 महीने नहीं चलती, उनमें भी 12 महीने पानी जा सकता है। पाकिस्तान देखो जो तो बारिशां होंदियां उदों तो बहुत जाता जी, तो उदों तो पानी कहोगे आप दरिया 6 महीने ही चलदा, ज्यादा नहीं चलदा। केड़ा जी रावी? उज नहीं उज तो नहीं, मैं वो बरसातां च आख्या ना जी, ज्यादा पानी उदों आंदा, अदरवाइज बहुता नहीं जाता, कोई 500 ਤੋਂ 1000 क्यूसेक बस इन्ना उदों जाता। उन 300 क्यूसेक 350 क्यूसेक। एक्चुअली ये कोविड से पहले की चिट्ठी गई है, उसके बाद हम दोबारा मिलने की कोशिश कर रहे हैं मंत्री जी को, मैं टाइम भी ले रहा हूँ, सब मिलेंगे फिर बात करूँगा।